ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਓ ਸਾਰਿਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਹੈ। ਆਪ ਸਮੁੱਚੀਆਂ ਸੰਗਤਾਂ ਗੁਰ ਉਪਦੇਸ਼ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਅੰਦਰ ਇਕੱਤਰ ਹੋ ਕੇ ਹਾਜ਼ਰੀਆਂ ਭਰ ਰਹੇ ਹੋ। ਭਾਦੋਂ ਭਰਮ ਭੁੱਲੀ। ਗੁਰਦੇਵ ਨੇ ਇਸ ਭਰਮ ਦੇ ਭੁਲਾਵੇ ਅੰਦਰ ਸਾਰੇ ਸੰਸਾਰ ਨੂੰ ਉਲਝਿਆ ਦੱਸਿਆ ਹੈ। ਉਹ ਜੋ ਭਰਮ ਭੁਲਾਵਾ ਕਹੀਅਤ, ਤਿਨ ਮਹਿ ਉਰਜਿਓ ਸਗਲ ਸੰਸਾਰਾ। ਇਸ ਭਰਮ ਵਿੱਚੋਂ ਕੋਈ ਪ੍ਰਭੂ ਪਿਆਰਾ ਹਰੀ ਦਾ ਜਨ ਸੇਵਕ ਹੀ ਜਾਗਿਆ ਦੱਸਿਆ ਹੈ। ਭਰਮ ਮਹਿ ਸੋਈ ਸਗਲ ਜਗਤ ਤੰਦ ਅੰਧ, ਕੋ ਜਾਗੈ ਹਰ ਜਨ। 52 ਅੱਖਰੀ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਭਰਮ ਵਿੱਚ ਦੇਵੀ ਦੇਵਤੇ ਮਨੁੱਖ ਤੇ ਸਿੱਧ ਆਦਿਕ ਸਭ ਘਿਰੇ ਦੱਸ ਕੇ ਗੁਰਮੁਖਾਂ ਦਾ ਭਰਮ ਭੈ ਤੋਂ ਰਹਿਤ ਹੋਣਾ ਦੱਸਿਆ ਹੈ। ਭੰਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਿਕ ਬ੍ਰਹਮੇਵਾ। ਭਰਮ ਭਰਮ ਮਾਨੁਖ ਡਹਿਕਾਏ, ਦੁਤਰ ਮਹਾ ਬਿਖਮ ਇਹ ਮਾਏ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੇਹ ਪਰਮ ਸੁਖ ਪਾਇਆ। ਹੁਣ ਪਹਿਲਾਂ ਭਰਮ ਬਾਰੇ ਸਮਝੀਏ ਕਿ ਭਰਮ ਕਿਸ ਨੂੰ ਕਹਿੰਦੇ ਹਨ, ਭਰਮ ਕਿੰਨੇ ਤਰ੍ਹਾਂ ਦਾ ਹੈ ਅਤੇ ਭਰਮ ਦੀ ਨਿਵਰਤੀ ਕਿਸ ਤਰ੍ਹਾਂ ਹੁੰਦੀ ਹੈ। 5 ਤਰ੍ਹਾਂ ਦਾ ਭਰਮ ਹੈ। ਭੇਦ ਭਰਮ, ਕਰਤਤਵ ਪੁਨ ਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗ ਸਤਿ ਤਉ, ਹੈ ਪੰਚੋ ਭਰਮ ਸੰਸਾਰ। ਪਹਿਲਾ ਹੈ ਭੇਦ ਭਰਮ। ਕਰਤਾਰ ਨੂੰ ਆਤਮਾ ਰੂਪ ਨਾ ਮੰਨ ਕੇ ਉਸ ਵਿੱਚ ਅਨੇਕ ਭੇਦ ਕਲਪਨੇ। ਦੂਸਰਾ ਹੈ ਕਰਤਤਵ ਭਰਮ, ਮੈਂ ਕਰਤਾ ਹਾਂ ਇਹ ਖਿਆਲ ਕਰਨਾ। ਤੀਸਰਾ ਹੈ ਸੰਗ ਭਰਮ, ਮੈਂ ਦੇਹ ਰੂਪ ਹਾਂ ਅਤੇ ਜੰਮਦਾ ਮਰਦਾ ਹਾਂ। ਚੌਥਾ ਹੈ ਵਿਕਾਰ ਭਰਮ, ਜਗਤ ਬ੍ਰਹਮ ਦਾ ਵਿਕਾਰ ਹੈ। ਤੇ ਪੰਜਵਾਂ ਹੈ ਸਤਿਅਤਵ ਭਰਮ, ਬ੍ਰਹਮ ਤੋਂ ਜੁਦਾ ਮੰਨ ਕੇ ਸੰਸਾਰ ਨੂੰ ਸੱਤਿ ਮੰਨਣਾ। 5 ਤਰ੍ਹਾਂ ਦੇ ਭਰਮ ਦੀ ਨਿਵਰਤੀ ਕੀ ਹੈ। ਬਿੰਬ ਪ੍ਰਤੀਬਿੰਬ, ਲੋਹ ਤਸ ਫਟਕ ਘਟਾ ਕਾਸ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂਤ ਦੇ
ਪਾਂਚੋ ਭਰਮ ਨਿਵਾਰ। ਭੇਦ ਭਰਮ ਦੀ ਨਿਵਰਤੀ। ਬਿੰਬ ਪ੍ਰਤੀਬਿੰਬ ਦੇ ਦ੍ਰਿਸ਼ਟਾਂਤ ਕਰਕੇ ਭੇਦ ਭਰਮ ਦੀ ਨਿਵਰਤੀ ਇਸ ਤਰ੍ਹਾਂ ਮੰਨੀ ਹੈ ਜਿਵੇਂ ਸ਼ੀਸ਼ੇ ਦੀ ਉਪਾਧੀ ਕਰਕੇ ਮੂੰਹ ਦਾ ਅਕਸ ਸ਼ੀਸ਼ੇ ਵਿੱਚ ਨਜ਼ਰ ਆਉਂਦਾ ਹੈ। ਉਹ ਅਕਸ ਮੂੰਹ ਨਾਲੋਂ ਵੱਖਰਾ ਨਹੀਂ, ਕਿਉਂਕਿ ਸ਼ੀਸ਼ੇ ਦੇ ਪਰੇ ਕਰ ਲੈਣ ਨਾਲ ਅਕਸ ਨਜ਼ਰ ਨਹੀਂ ਆਉਂਦਾ। ਵੱਖਰਾ ਪ੍ਰਤੀਤ ਹੋਣਾ ਸ਼ੀਸ਼ੇ ਕਰਕੇ ਸੀ ਜੋ ਪਰਮ ਰੂਪ ਸੀ। ਸੋ ਪ੍ਰਤੀਬਿੰਬ ਦੀ ਭਿੰਨ ਪ੍ਰਤੀਤੀ ਦਾ ਮਿਥਿਆ ਰੂਪ ਵਾਧਾ ਕਰਕੇ ਬਿੰਬ ਪ੍ਰਤੀਬਿੰਬ ਦਾ ਭੇਦ ਨਿਸ਼ਚੈ ਹੋ ਰਿਹਾ ਹੈ। ਇਸੇ ਤਰ੍ਹਾਂ ਅਗਿਆਨ ਰੂਪ ਸ਼ੀਸ਼ੇ ਵਿੱਚੋਂ ਬਿੰਬ ਰੂਪ ਬ੍ਰਹਮ ਦਾ ਜੀਵ ਰੂਪ ਪ੍ਰਤੀਬਿੰਬ ਭਾਸਦਾ ਹੈ। ਪ੍ਰਤੀਬਿੰਬ ਰੂਪ ਜੀਵ ਬਿੰਬ ਰੂਪ ਬ੍ਰਹਮ ਨਾਲੋਂ ਵੱਖਰਾ ਨਹੀਂ, ਸਿਰਫ ਭਰਮ ਕਰਕੇ ਹੀ ਪ੍ਰਤੀਤ ਹੁੰਦਾ ਹੈ। ਪੋਹਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹਿ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਜਿਵੇਂ ਘੜੇ ਵਿੱਚ ਪਾਣੀ ਪਾ ਕੇ ਸੂਰਜ ਸਾਹਮਣੇ ਰੱਖ ਕੇ ਵੇਖੀਏ ਤਾਂ ਸੂਰਜ ਦਾ ਪ੍ਰਤੀਬਿੰਬ ਘਟ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ ਹੈ। ਤੇ ਫਿਰ ਜਿਸ ਵੇਲੇ ਡੰਡੇ ਨਾਲ ਘੜਾ ਭੰਨ ਦਈਏ ਤਾਂ ਉਹ ਪ੍ਰਤੀਬਿੰਬ ਸੂਰਜ ਵਿੱਚ ਮਿਲ ਜਾਂਦਾ ਹੈ। ਇਸੇ ਤਰ੍ਹਾਂ ਅੰਤਹਿਕਰਨ ਰੂਪ ਘੜੇ ਦੀ ਉਪਾਧੀ ਕਰਕੇ ਬ੍ਰਹਮ ਨਾਲੋਂ ਜੀਵ ਵੱਖਰਾ ਪ੍ਰਤੀਤ ਹੁੰਦਾ ਹੈ। ਜਿਸ ਵੇਲੇ ਗਿਆਨ ਰੂਪ ਡੰਡੇ ਨਾਲ ਅੰਤਹਿਕਰਨ ਰੂਪ ਘੜੇ ਦੀ ਨਿਵਰਤੀ ਕਰ ਦਿੱਤੀ ਜਾਂਦੀ ਹੈ ਤਾਂ ਜੀਵ ਬ੍ਰਹਮ ਨਾਲ ਅਭੇਦ ਹੋ ਜਾਂਦਾ ਹੈ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਬ੍ਰਹਮ ਭਾਗਾ, ਤੋ ਮਨ ਸੁਨ ਸਮਾਨਾ। ਦੂਸਰਾ ਹੈ ਸਾਧ ਸੰਗਤ ਜੀ ਕਰਤਤਵ ਭਰਮ ਦੀ ਨਿਵਰਤੀ। ਲੋਹਤ ਭਾਵ ਜਪਾ ਪੁਸ਼ਪ ਅਤੇ ਸਫਟਕ ਮਨੀ ਦੇ ਦ੍ਰਿਸ਼ਟਾਂਤ ਦੁਆਰਾ ਕਰਤਤਵ ਭਰਮ ਦੀ ਨਿਵਰਤੀ ਕਰੇ। ਜਿਸ ਤਰ੍ਹਾਂ ਲਾਲ ਰੰਗ ਦੇ ਕੱਪੜੇ ਉੱਪਰ ਧਰੀ ਸਫਟਕ ਮਨੀ ਵਿੱਚ ਕੱਪੜੇ ਦਾ ਲਾਲ ਰੰਗ ਸੰਬੰਧ ਕਰਕੇ ਭਾਸਦਾ ਹੈ, ਪਰ ਉਹ ਕੱਪੜੇ ਦਾ ਭਰਮ ਜਿਸ ਵੇਲੇ ਸਫਟਕ ਮਨੀ ਦੇ ਪਾਸੋਂ ਲਾਲ ਰੰਗ ਦਾ ਕੱਪੜਾ ਵੱਖਰਾ ਕਰ ਦਿੱਤਾ ਜਾਂਦਾ ਹੈ, ਫਿਰ ਮਨੀ ਵਿੱਚ ਲਾਲ ਰੰਗ ਨਹੀਂ ਪ੍ਰਤੀਤ ਹੁੰਦਾ। ਇਸ ਕਰਕੇ ਲਾਲ ਰੰਗ ਸਫਟਕ ਮਨੀ ਦਾ ਧਰਮ ਨਹੀਂ, ਮਨੀ ਵਿੱਚ ਭਰਮ ਕਰਕੇ ਪ੍ਰਤੀਤ ਹੁੰਦਾ ਹੈ। ਇਸੇ ਤਰ੍ਹਾਂ ਅੰਤਹਿਕਰਨ ਦਾ ਧਰਮ ਜੋ ਕਰਤਾ ਭੋਗਤਾਪਨਾ ਹੈ, ਸੋ ਆਤਮਾ ਵਿਖੇ ਤਦਾਤਮ ਸੰਬੰਧ ਕਰਕੇ ਪ੍ਰਤੀਤ ਹੁੰਦਾ ਹੈ, ਪਰ ਉਹ ਅੰਤਹਿਕਰਨ ਦਾ ਧਰਮ ਹੈ। ਸਖੋਪਤ ਅਵਸਥਾ ਵਿੱਚ ਅੰਤਹਿਕਰਨ ਅਤੇ ਆਤਮਾ ਦੇ ਵਿਜੋਗ ਹੋਣ ਕਰਕੇ ਆਤਮਾ ਵਿੱਚ ਭਾਸਦਾ ਨਹੀਂ। ਇਸ ਕਰਕੇ ਆਤਮਾ ਦਾ ਧਰਮ ਨਹੀਂ। ਇਸ ਲਈ ਆਤਮਾ ਵਿੱਚ ਕਰਤਾ ਭੋਗਤਾਪਨਾ ਭਰਮ ਕਰਕੇ ਭਾਸਦਾ ਹੈ। ਇਸ ਤਰ੍ਹਾਂ ਸਫਟਕ ਮਨੀ ਵਿੱਚ ਲਾਲ ਰੰਗ ਦੀ ਪ੍ਰਤੀਤੀ ਦੇ ਦ੍ਰਿਸ਼ਟਾਂਤ ਰਾਹੀਂ ਕਰਤਾ ਭੋਗਤਾਪਨੇ ਦੇ ਭਰਮ ਦੀ ਨਿਵਰਤੀ ਹੁੰਦੀ ਹੈ। ਤੀਸਰਾ ਵਿਦਵਾਨ ਮੰਨਦੇ ਨੇ ਸੰਗ ਭਰਮ ਦੀ ਨਿਵਰਤੀ। ਘਟਾਕਾਸ਼ ਦੇ ਦ੍ਰਿਸ਼ਟਾਂਤ ਨਾਲ ਸੰਗ ਭਰਮ ਦੀ ਨਿਵਰਤੀ ਕਰੇ। ਜਿਸ ਪ੍ਰਕਾਰ ਪਾਣੀ ਨਾਲ ਘੜੇ ਵਿੱਚ ਆਕਾਸ਼ ਦਿਸਦਾ ਹੈ, ਉਹ ਘਟ ਉਪਾਧੀ ਵਾਲਾ ਆਕਾਸ਼ ਘਟਾ ਆਕਾਸ਼ ਹੈ। ਘਟਾ ਕਹਿੰਦੇ ਨੇ ਘੜੇ ਨੂੰ। ਸੋ ਆਕਾਸ਼ ਘੜੇ ਦੇ ਸੰਗ ਕਰਕੇ ਪ੍ਰਤੀਤ ਹੁੰਦਾ ਹੈ। ਘੜੇ ਦਾ ਧਰਮ ਉਤਪਤੀ, ਨਾਸ਼ ਗਮਨਾ, ਅਗਮਨ ਆਦਿਕ ਹਨ।
ਉਹ ਆਕਾਸ਼ ਨੂੰ ਸਪਰਸ਼ ਨਹੀਂ ਕਰਦੇ। ਆਕਾਸ਼ ਅਸੰਗ ਹੈ। ਜਿਹੜਾ ਆਕਾਸ਼ ਦਾ ਸੰਬੰਧ ਘੜੇ ਨਾਲ ਪ੍ਰਤੀਤ ਹੋ ਰਿਹਾ ਹੈ ਉਹ ਭਰਮ ਕਰਕੇ ਹੈ। ਇਸ ਤਰ੍ਹਾਂ ਦੇਹ ਆਦਿਕ ਸੰਘਾਤ ਰੂਪ ਉਪਾਧੀ ਵਾਲਾ ਆਤਮਾ ਜੀਵ ਆਖੀਦਾ ਹੈ। ਆਤਮਾ ਦੇਹ ਆਦਿਕਾਂ ਦੇ ਨਾਲ ਪ੍ਰਤੀਤ ਹੁੰਦਾ ਹੈ। ਫਿਰ ਵੀ ਦੇਹ ਆਦਿਕ ਦੇ ਜੋ ਜਨਮ ਮਰਨ ਆਦਿਕ ਧਰਮ ਹਨ ਉਹ ਆਤਮਾ ਨਾਲ ਸਪਰਸ਼ ਨਹੀਂ ਕਰਦੇ। ਇਸ ਕਰਕੇ ਆਤਮਾ ਦ੍ਰਿਸ਼ਟਾ ਰੂਪ ਤਿੰਨਾਂ ਸਰੀਰਾਂ ਤੋਂ ਨਿਆਰਾ ਭਾਵ ਅਸੰਗ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਇਸ ਤਰ੍ਹਾਂ ਆਤਮਾ ਨੂੰ ਅਸਲ ਵਿੱਚ ਅਸੰਗ ਜਾਣ ਕੇ ਘਟਾਕਾਸ਼ ਦੁਆਰਾ ਸੰਗ ਭਰਮ ਦੀ ਨਿਵਰਤੀ ਹੁੰਦੀ ਹੈ। ਚੌਥਾ ਵਿਦਵਾਨ ਮੰਨਦੇ ਨੇ ਵਿਕਾਰ ਭਰਮ ਦੀ ਨਿਵਰਤੀ। ਗੁਣ ਮਾਰ, ਗੁਣ ਰੱਸੀ, ਗੁਣ ਦਾ ਅਰਥ ਹੁੰਦਾ ਰੱਸੀ ਤੇ ਮਾਰ ਦਾ ਅਰਥ ਹੁੰਦਾ ਸੱਪ। ਰੱਸੀ ਵਿੱਚ ਕਲਪਤ ਸੱਪ ਦੇ ਦ੍ਰਿਸ਼ਟਾਂਤ ਨਾਲ ਵਿਕਾਰ ਭਰਮ ਦੀ ਨਿਵਰਤੀ ਹੁੰਦੀ ਹੈ। ਜਿਸ ਤਰ੍ਹਾਂ ਭਰਮ ਕਰਕੇ ਅੰਧੇਰੇ ਵਿੱਚ ਰੱਸੀ ਵਿੱਚ ਸਰਪ ਮੰਨ ਲਈਦਾ ਹੈ, ਗਿਆਨ ਹੋ ਜਾਣ ਤੋਂ ਸੱਪ ਹੋਣ ਦਾ ਭਰਮ ਨਿਵਰਤ ਹੋ ਜਾਂਦਾ ਹੈ ਅਤੇ ਰੱਸੀ ਨੂੰ ਰੱਸੀ ਜਾਣ ਲਈਦਾ ਹੈ। ਇਸੇ ਤਰ੍ਹਾਂ ਬ੍ਰਹਮ ਚੇਤਨ ਦੇ ਆਸ਼ਰਿਤ ਜੋ ਮੂਲ ਅਵਿਦਿਆ ਹੈ ਉਸ ਪ੍ਰਲਬਧ ਰੂਪ ਨਿਮਿਤ ਨੂੰ ਪਾ ਕੇ ਜੜ ਚੇਤਨ ਪਰਪੰਚ ਰੂਪ ਵਿਕਾਰ ਨੂੰ ਧਾਰਦੀ ਹੈ। ਸੋ ਪਰਪੰਚ ਅਵਿਦਿਆ ਦਾ ਪ੍ਰਣਾਮ ਹੈ ਅਤੇ ਬ੍ਰਹਮ ਚੇਤਨ ਦਾ ਵਿਵਰਤ ਹੈ, ਪ੍ਰਮਾਣ ਨਹੀਂ। ਸੋ ਇਸ ਪਰਪੰਚ ਦਾ ਅਧਿਸ਼ਠਾਨ ਬ੍ਰਹਮ ਹੈ। ਉਸ ਦੇ ਗਿਆਨ ਕਰਕੇ ਹੀ ਬ੍ਰਹਮ ਦੀ ਨਿਵਰਤੀ ਹੁੰਦੀ ਹੈ। ਕਹੋ ਨਾਨਕ ਗੁਰ ਭ੍ਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਇਸ ਤਰ੍ਹਾਂ ਬ੍ਰਹਮ ਆਤਮਾ ਨੂੰ ਨਿਰਵਿਕਾਰ ਜਾਣ ਕੇ ਰੱਸੀ ਅਤੇ ਸੱਪ ਦੇ ਦ੍ਰਿਸ਼ਟਾਂਤ ਨਾਲ ਵਿਕਾਰ ਭਰਮ ਦੀ ਨਿਵਰਤੀ ਹੁੰਦੀ ਹੈ। ਪੰਜਵਾਂ ਮੰਨਦੇ ਨੇ ਸਤਯਤਵ, ਸਤ ਭਰਮ। ਬ੍ਰਹਮ ਇਤਰ ਜਗ ਸਤ ਹੈ, ਪਾਂਚੋ ਭਰਮ ਸੰਸਾਰ। ਇਸ ਦੀ ਨਿਵਰਤੀ ਕਨਕ ਕੁੰਡਲ ਦੇ ਦ੍ਰਿਸ਼ਟਾਂਤ ਨਾਲ ਹੁੰਦੀ ਹੈ। ਕਨਕ, ਕਨਕ ਦਾ ਅਰਥ ਹੁੰਦਾ ਸੋਨਾ, ਤੇ ਕੁੰਡਲ ਕਹਿੰਦੇ ਨੇ ਜਿਹੜੇ ਵਿੱਚੋਂ ਗਹਿਣੇ ਬਣੇ ਨੇ। ਕਨਕ ਦੇ ਕੁੰਡਲ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ ਹੈ, ਪਰ ਉਹ ਕਲਪਤ ਹੈ, ਕਿਉਂਕਿ ਕਨਕ ਤੋਂ ਭਿੰਨ ਕੁੰਡਲ ਸਰੂਪ ਦੇਖਣ ਵਿੱਚ ਨਹੀਂ ਆਉਂਦਾ। ਸਵਰਨ ਨਾਲੋਂ ਕੁੰਡਲ ਦੀ ਵੱਖਰੀ ਸੱਤਿਆ ਕੁਝ ਨਹੀਂ। ਇਸੇ ਤਰ੍ਹਾਂ ਬ੍ਰਹਮ ਅਤੇ ਜਗਤ ਦੇ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ ਹੈ, ਪਰ ਉਹ ਭੇਦ ਕਲਪਤ ਹੈ। ਜਿਸ ਤਰ੍ਹਾਂ ਇਹ ਜਗ ਧੂਏ ਕਾ ਪਹਾਰ, ਤੈਂ ਸਾਚਾ ਮਾਨਿਆ ਇਹ ਵਿਚਾਰ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਜਗਤ ਆ ਇਹ ਹੈਗਾ ਤੇ ਇਸ ਤਰ੍ਹਾਂ ਹੈ ਜਿਵੇਂ ਧੂਏ ਦਾ ਪਹਾੜ ਹੋਵੇ, ਪਰ ਅਸੀਂ ਭੁਲੇਖੇ ਦੇ ਨਾਲ ਇਸ ਨੂੰ ਸੱਚਾ ਮੰਨ ਕੇ ਬੈਠ ਗਏ। ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਬਿਲਕੁਲ ਸੱਚਾ ਹੋਵੇ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਸੋ ਕਲਪਤ ਦੀ ਸਤਾ ਅਧਿਸ਼ਠਾਨ ਤੋਂ ਭਿੰਨ ਹੁੰਦੀ ਹੈ। ਅਧਿਸ਼ਠਾਨ ਦੀ ਸਤਾ ਕਰਕੇ ਉਸ ਦੀ ਸਤਾ ਹੁੰਦੀ ਹੈ। ਕਨਕ ਕੁੰਡਲ ਦ੍ਰਿਸ਼ਟਾਂਤ ਨਾਲ ਬ੍ਰਹਮ ਤੋਂ ਭਿੰਨ ਜਗਤ ਦੇ ਸੱਤ ਪੁਣੇ ਦੇ ਭਰਮ ਦੀ ਨਿਵਰਤੀ ਹੁੰਦੀ ਹੈ। ਗੁਰੂ ਸਾਹਿਬ ਜੀ ਭਰਮ ਦੀ ਨਿਵਰਤੀ ਇਉਂ ਦਰਸਾਉਂਦੇ ਨੇ। ਸਲੋਕ ਭੈ ਭੰਜਨ ਅਗ ਦੁਖ ਨਾਸ਼, ਮਨਹਿ ਆਰਾਧ ਹਰੇ,
संत संग जेह रिद बस्यो, नानक ते ना भ्रमे। संप्रदाय विद्वान महापुरुष अशत राज बिशरत दुख पाया। इस पंक्ति ते इस प्रकार साखी सुनाया करते सन। अशत राज बिशरत दुख पाया, सो गत पई हमारी। साखी सुनाते ने बादशाह दे सुपने विच भिखारी बनन दी। विचार सागर विच पंडित निश्चल दास जी ने एक बहुत वड्डे बादशाह दा भिखारी होने का जिक्र किया है। पंजवें तरंग विच पंडित जी लिखते हैं कि एक बादशाह जिस दे राज दा तेज प्रताप स्वर्ग दे राजे इंद्र जैसा सी, एक दिन वो एक उच्ची अटारी विच फुल्लां दी सजी हुई सुंदर सेजा दे उपर सुता पिया है। मनुख दी तां की गल है, जिथे कोई पंछी भी नहीं पहुंच सकता, क्योंकि चारे पासे वड्डे वड्डे सूरमे हथियार लैके पैरे ते खलोते हैं। उत्थे सुते पै बादशाह ने एक सुपना देखिया। उस सुपने विच बादशाह भिखारी बन गया ते बादशाह दा पैर एक गिदड़ी ने पकड़ लिया। बादशाह ने अपने पैर नूं गिदड़ी तो छुड़ाउणा चाहया, पर गिदड़ी ने छड्डिया नहीं। राजे ने खड़ो के पुकार की कि कोई है ऐसा जो गिदड़ी नूं मारे। जो सूरमे द्वार ते खड़े सन, उन्हां विचों किसी ने मदद नहीं की। तां बादशाह ने अपने हाथ विच डंडा लैके आप ही गिदड़ी दे सिर विच मारिया। डंडा लगदे ही गिदड़ी मर गई। तां पैर दी नस विचों दंद निकले। दंद डूंघे लगे सन, जिस करके राजा लड़ खड़ाउंदा होया सोटी दे सहारे वैद दे घर पहुंचया ते वैद नूं कहा कि मेरे जख्मां वास्ते एक फोहा, जो वैद पुराने समय विच तैयार करते सन जख्म वास्ते, तैयार करो ताकि मेरा जख्म ठीक हो जाए। वैद ने कहा फोहा तैयार नहीं है। जिवें अज के समय में असी बैंडेड इत्यादि लगा लेंदे हैं, जिन्हों असी फस्ट एड कह सकते हैं, उदों वैद उस वेले एक फोहा तैयार कर देंदे सी। इनू असी फैहा भी कह देंदे रहे हैं। वैद ने कहा जी फोहा तैयार नहीं है, एक पैसा मैनू देवो ते मैं फोहा तैयार करके दिंदा हाँ। उस समय बादशाह कोल एक कौडी भी नहीं सी। वो सोटी दे सहारे उठिया ते हौका लैके कहन लगा कि धन तो बिना कोई किसी की बात नहीं पुछदा। जे मैं धनी हुंदा तां वैद मेरे पास चल के आउंदा। हुण मैं गरीब हाँ, इसलिए इसने मैनू टाल दिता है। इसदा किसी नू दोष नहीं। बिना स्वार्थ तो कोई किसी दे काम नहीं आउंदा। माता पिता संबंधी पुत्र इस्त्री ये सब स्वार्थ करके ही प्यार करते हैं। जिस बच्चे नू माता पिता गोद विच लैके प्यार करते हैं, भरा जफियां पा के प्यार करते हैं, पर जे उसनू कोड़ हो जाए तो सारे उस पासे वालों आउंदी हवा तो भी संकोच करते हैं। पुराने समय में जिवें कोड़ की बीमारी सी, अज के समय में होर कई तरह के रोग लग जाते हैं कि किते सानू भी बीमारी ना लग जाए। विचार सागर ग्रंथ विच लिखिया, ऐसा जग स्वार्थ को सारो, बिन स्वार्थ को का को प्यारो।
ਇਉਂ ਚਿੰਤਾਤੁਰ ਹੋਏ ਨੂੰ ਮੁਨੀਵਰ ਦਾ ਦਰਸ਼ਨ ਹੋਇਆ, ਜਿਸ ਨੇ ਇਸ 'ਤੇ ਤਰਸ ਕਰਕੇ ਇੱਕ ਬੂਟੀ ਨਾਲ ਘਾਵ ਦਾ ਦੁੱਖ ਮੇਟ ਦਿੱਤਾ। ਜਦੋਂ ਨਿੰਦਰਾ ਤੋਂ ਜਾਗਿਆ ਤਾਂ ਨਾ ਘਾਵ, ਨਾ ਦਰਦ, ਨਾ ਮੁਨੀ, ਕੁਝ ਵੀ ਨਹੀਂ ਸੀ। ਜਉ ਚਿੰਤਤ ਇੱਕ ਮੁਨ ਤੇ ਭੇਟਿਓ, ਤਿਨ ਦੈ ਜਰੀ ਦੁਖ ਮੇਟਿਓ। ਨਿੰਦਰਾ ਤੇ ਜਾਗਿਓ ਨ੍ਰਿਪ ਜਬਹੀ, ਘਾਵ ਦਰਦ ਮੁਨ ਨਾਸ਼ੇ ਤਬਹੀ। ਇਸ ਦਾ ਅੰਤਰੀਵ ਭਾਵ ਇਹ ਹੈ, ਇਸੇ ਤਰ੍ਹਾਂ ਹੀ ਜੀਵ ਰੂਪ ਰਾਜਾ ਆਪਣੇ ਅੰਤਸ਼ਕਰਨ ਰੂਪ ਸਿੰਘਾਸਨ ਤੇ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਸੁੱਤੇ ਪਿਆ ਇੱਕ ਸੁਪਨਾ ਵੇਖ ਰਿਹਾ ਹੈ। ਬਾਦਸ਼ਾਹ ਤੋਂ ਭਿਖਾਰੀ ਬਣਨ ਦੀ ਤਰ੍ਹਾਂ ਬ੍ਰਹਮ ਸਰੂਪ ਹੁੰਦਿਆਂ ਵੀ ਇਹ ਆਪਣੇ ਆਪ ਨੂੰ ਕਰਤਾ, ਭੋਗਤਾਪਣਾ, ਜੰਮਣ ਮਰਨ ਵਾਲਾ ਮੰਨੀ ਬੈਠਾ ਹੈ। ਸਰੂਪ ਰੂਪੀ ਰਾਜ ਦੇ ਹੁੰਦਿਆਂ ਵੀ ਮਨੁੱਖ ਉਸ ਤੋਂ ਵਿਛੜ ਕੇ ਦੁੱਖ ਪਾ ਰਿਹਾ ਹੈ। ਇਸ ਭਾਦਰੋਂ ਦੇ ਮਹੀਨੇ ਨੂੰ ਦਸਮ ਗ੍ਰੰਥ ਅੰਦਰ ਅਤੇ ਪੰਜਾਬੀ 12 ਮਾਹਿਆਂ ਅੰਦਰ ਵੱਖ-ਵੱਖ ਕਵੀਆਂ ਨੇ ਲਿਖਿਆ। ਦਸਮ ਗ੍ਰੰਥ ਅੰਦਰ ਇਸ ਭਾਦਰੋਂ ਦੇ ਮਹੀਨੇ ਨੂੰ ਇਸ ਰੂਪ ਵਿੱਚ ਕਥਨ ਕੀਤਾ ਹੈ ਕਿ ਜਿਸ ਸਮੇਂ ਪਤੀ ਦੇ ਦਰਸ਼ਨ ਨਹੀਂ ਹੋ ਰਹੇ, ਉਸ ਸਮੇਂ ਜੀਵ ਰੂਪ ਇਸਤਰੀ ਦੀ ਦਸ਼ਾ ਜਿਹੜੀ ਆ ਉਹ ਇਸ ਤਰ੍ਹਾਂ ਹੈ, ਜਿਵੇਂ ਆਕਾਸ਼ 'ਤੇ ਜਦ ਬੱਦਲ ਛਾ ਜਾਂਦੇ ਹਨ ਤਾਂ ਦਿਨ ਰਾਤ ਵਿੱਚ ਤਬਦੀਲ ਹੋ ਜਾਂਦਾ ਹੈ, ਤੇ ਦੂਜੇ ਪਾਸੇ ਜਦ ਰਾਤ ਨੂੰ ਹਨੇਰੇ ਵਿੱਚ ਬਿਜਲੀ ਚਮਕਦੀ ਆ ਤਾਂ ਸੂਰਜ ਚੜ੍ਹੇ ਦਾ ਨਜ਼ਾਰਾ ਬਣਾ ਦਿੰਦੀ ਹੈ। ਮੋਹਲੇ ਧਾਰ ਜਦ ਮੀਂਹ ਪੈਂਦਾ ਹੈ ਤਾਂ ਜਲ ਹੀ ਜਲ ਨਜ਼ਰ ਆਉਂਦਾ ਹੈ। ਪਰ ਦੇਖੋ ਤਤੀ ਦੀ ਕਿਸਮਤ ਕਿ ਪਿਆਰਾ ਦੂਰ ਜਾ ਬੈਠਾ ਹੈ। ਭਾਦਰੋਂ ਦੇ ਮਹੀਨੇ ਵਿੱਚ ਲਿਖਦੇ ਨੇ, ਭਾਦਵ ਮਾਹ ਚੜਿਓ ਬਿਨ ਨਾਹ। ਨਾਹ ਦਾ ਅਰਥ ਹੁੰਦਾ ਪਤੀ। ਭਾਦਵ ਮਾਹ ਚੜਿਓ ਬਿਨ ਨਾਹ, ਦਸੋ ਦਿਸ਼ ਮਾਹੇ ਕਟਾ ਕਹਿਰਾਈ। ਦਿਓ ਸੇ ਨਿਸ਼ਾਨਹਿ ਜਾਨ ਪਰੈ, ਤਮ ਬਿਜ ਛਟਾ ਰਵ ਕੀ ਸ਼ਬ ਪਾਈ। ਮੂਸਲ ਤਾਰ ਛੁਟੈ ਨਭ ਤੇ, ਅਵਨੀ ਸਗਰੀ ਜਲ ਪੂਰਨ ਛਾਈ। ऐसे समय तज गयो हमको, टस क्यों नाहियो कस क्यों नाक साई। 12 ਮਾਹਾਂ ਮੋਤੀ ਰਾਮ ਦੇ ਵਿੱਚ ਕਵੀ ਮੋਤੀ ਰਾਮ ਨੇ ਭਾਦਰੋਂ ਮਹੀਨੇ ਬਾਰੇ ਇਸ ਪ੍ਰਕਾਰ ਕਥਨ ਕੀਤਾ ਹੈ। ਭਾਦਰੋਂ ਭਾਰ ਪਿਆ ਸਿਰ ਤੇਰੇ, ਕਿਸ ਬਿਦ ਭਾਰ ਉਤਾਰੇਗਾ। ਡੂੰਗੀ ਨਦੀ ਕਹਿਰ ਦੀਆਂ ਲਹਿਰਾਂ, ਕੰਢੇ ਬੈਠ ਪੁਕਾਰੇਗਾ। ਅੰਤ ਸਮੇਂ ਤੇਰਾ ਕੋਈ ਨਾ ਬੇਲੀ, ਰੋ ਰੋ ਆਹੀ ਮਾਰੇਗਾ। ਮੋਤੀ ਰਾਮ ਤੂੰ ਸਮਝ ਪਿਆਰੇ, ਜਿੱਤ ਕੇ ਬਾਜੀ ਹਾਰੇਗਾ। ਇੱਕ ਗ੍ਰੰਥ ਆ, ਉਹਦਾ ਨਾਮ ਆ 12 ਮਾਹਾਂ ਵੈਰਾਗ। ਉਹਦੇ ਵਿੱਚ ਕਵੀ ਵਰਿਆਮ ਸਿੰਘ ਨੇ ਭਾਦੋਂ ਮਹੀਨੇ ਬਾਰੇ ਇਸ ਤਰ੍ਹਾਂ ਕਥਨ ਕੀਤਾ ਹੈ। ਭਾਦੋਂ ਭਰਮ ਨ ਕਰ ਮਨ ਮੇਰੇ, ਕਰ ਲੈ ਨੇਕ ਕਮਾਈ ਨੂੰ। ਕਰ ਲੈ ਤਿਆਰੀ ਤੂੰ ਵੀ ਜਾਣਦੀ, ਚਿਰ ਹੋ ਗਿਆ ਹੈ ਆਈ ਨੂੰ। ਸਿਰ ਤੈਂ ਹੱਥੀਂ ਆਪੋ ਮੁਨਾਇਆ, ਦੋਸ਼ ਦੇਮ ਦਾ ਨਾਈ ਨੂੰ।
ਦੇਸ ਸੁਧਾਰਾ ਨਾਮ ਬਗੈਰਾ, ਤੇਰੀ ਤ੍ਰਿਗ ਕਮਾਈ ਨੂੰ। 12 ਮਾਹ ਬਿਸ਼ਨ ਦਾਸ ਗਹਿਰ ਗੰਭੀਰੀਆ ਦੇ ਵਿੱਚ ਕਵੀ ਨੇ ਭਾਦੋਂ ਮਹੀਨੇ ਬਾਰੇ ਆਪਣੇ ਖਿਆਲ ਇਸ ਤਰ੍ਹਾਂ ਪ੍ਰਗਟ ਕੀਤੇ ਨੇ। ਭਾਦੋਂ ਪਰਮ ਨ ਮਨ ਮੈਂ ਕਰੀਏ, ਪ੍ਰਭ ਚਰਨੀ ਚਿਤ ਲਾਈਏ, ਨਾਮ ਧਿਆਈਏ। ਮੜੀ ਮਸਾਣੀ ਮੀਰਾ ਆਦਿਕ, ਸਭ ਕੀ ਸਫਾ ਉਠਾਈਏ, ਤਾਂ ਸੁਖ ਪਾਈਏ। ਬਿਸ਼ਨ ਦਾਸ ਜੀ ਕਹਿੰਦੇ ਨੇ ਉਹ ਭਾਦਰੋਂ ਦੇ ਮਹੀਨੇ ਵਿੱਚ ਆਪਣੇ ਮਨ ਦੇ ਵਿੱਚੋਂ ਭਰਮ ਦੂਰ ਕਰ ਦਿਓ। ਇੱਕ ਰੱਬ ਨੂੰ ਮੰਨਿਆ ਪੂਜਿਆ ਕਰੋ। ਮੜੀਆਂ ਮਸਾਣਾ ਇਤਿਆਦਿਕ ਇਹਨਾਂ ਦੇ ਚੱਕਰਾਂ ਵਿੱਚ ਨਾ ਪਾਓ। ਇੱਕ ਪਾਸੇ ਬਿਨ ਸੁਖ ਨਹਿ ਕਬਹੂ, ਮਨ ਕੋ ਕਿਉਂ ਪਟਕਾਈਏ, ਥਾਏ ਟਿਕਾਈਏ। ਬਿਸ਼ਨ ਦਾਸ ਬਿਨ ਸਤ ਗੁਰ ਪੂਰੇ, ਮੋਖ ਨ ਕਬਹੂ ਪਾਈਏ, ਆਈਏ ਜਾਈਏ। ਪਰਮ ਕਿਰਪਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅੰਦਰ ਭਾਦਰੋਂ ਦੇ ਮਹੀਨੇ ਵਿੱਚ ਭਰਮ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਦੀ ਦਸ਼ਾ ਇਸ ਤਰ੍ਹਾਂ ਨਿਰੂਪਣ ਕੀਤੀ ਹੈ ਕਿ ਉਹ ਭਰ ਜਵਾਨੀ ਵਿੱਚ ਪਤੀ ਦਾ ਮੇਲ ਨਾ ਹੋਣ ਕਰਕੇ ਪਛਤਾਉਂਦੀ ਹੈ। ਵਰਖਾ ਦੀ ਰੁੱਤ ਵਿੱਚ ਤਲ ਤੇ ਥਲ ਪਾਣੀ ਨਾਲ ਭਰੇ ਹੋਏ ਹਨ। ਰੰਗ ਮਾਣਨ ਵਾਲੀ ਰੁੱਤ ਹੈ ਪਰ ਬੇਵਸ ਹੈ। ਇੱਕ ਪਾਸੇ ਵਰਖਾ ਵਰਸ ਰਹੀ ਹੈ, ਦੂਜੇ ਪਾਸੇ ਕਾਲੀ ਰਾਤ ਹੈ। ਬਿਨਾ ਪਤੀ ਮਿਲਾਪ ਇਸਤਰੀ ਕਿਵੇਂ ਸੁਖੀ ਹੋ ਸਕਦੀ ਹੈ? ਜਦੋਂ ਕਿ ਡੱਡੂ ਮੋਰ ਬੋਲਦੇ ਹਨ ਤੇ ਸੱਪ ਡਸਦੇ ਫਿਰਦੇ ਹਨ, ਜਦੋਂ ਕਿ ਮੱਛਰ ਡੰਗ ਮਾਰਦੇ ਹਨ, ਸਰੋਵਰ ਪਾਣੀ ਨਾਲ ਨਕੋ ਨਕ ਭਰੇ ਪਏ ਹਨ। ਪਤੀ ਤੋਂ ਬਿਨਾ ਜੀਵ ਇਸਤਰੀ ਕਿਵੇਂ ਸੁੱਖ ਪਾ ਸਕਦੀ ਹੈ? ਭਾਵ ਨਹੀਂ ਪਾ ਸਕਦੀ। ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਪਤੀ ਪਰਮੇਸ਼ਰ ਦਾ ਟਿਕਾਣਾ ਪੁੱਛ ਕੇ ਚੱਲਾਂ। ਜਿੱਥੇ ਵੀ ਉਹ ਪਤੀ ਮਿਲੇ ਉੱਥੇ ਹੀ ਜਾਣਾ ਚਾਹੀਦਾ ਹੈ। ਭਾਦੋਂ ਪਰਮ ਪੁਲੀ, ਭਰ ਜੋਬਨ ਪਸ਼ੁਤਾਣੀ। ਜਲ ਥਲ ਨੀਰ ਪਰੇ, ਬਰਸ ਰੁਤੇ ਰੰਗ ਮਾਣੀ। ਬਰਸੈ ਨਿਸ ਕਾਲੀ, ਕਿਉਂ ਸੁਖ ਬਾਲੀ। ਦਾਤਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ। ਪੁਯੰਗਮ ਫਿਰਹਿ ਡਸੰਤੇ, ਮੱਛਰ ਡੰਗ ਸਾਇਰ ਭਰ ਸੋ ਭਰ। ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ। ਜਹ ਪ੍ਰਭ ਤਹ ਹੀ ਜਾਈਐ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਅੰਦਰ ਇਸ ਮਹੀਨੇ ਰਾਹੀਂ ਇਸ ਤਰ੍ਹਾਂ ਉਪਦੇਸ਼ ਦਿੱਤਾ ਹੈ। ਭਾਦੋਏ ਪਰਮ ਪੁਲਾਣੀਆਂ, ਦੂਜੇ ਲੱਗਾ ਹੇਤ। ਭਾਦੋਂ ਦੇ ਮਹੀਨੇ ਅੰਦਰ ਉਹ ਜੀਵ ਰੂਪ ਇਸਤਰੀਆਂ ਭਰਮ ਵਿੱਚ ਭੁੱਲੀਆਂ ਹੋਈਆਂ ਹਨ, ਜਿਨ੍ਹਾਂ ਦਾ ਵਾਹਿਗੁਰੂ ਤੋਂ ਛੁੱਟ ਭਾਵ ਪ੍ਰਭੂ ਪਤੀ ਨੂੰ ਛੱਡ ਕੇ ਦੂਜੇ ਭਾਵ ਸੰਸਾਰ ਨਾਲ ਪ੍ਰੇਮ ਲੱਗ ਰਿਹਾ ਹੈ, ਅਥਵਾ ਪ੍ਰਭੂ ਪਤੀ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਨਾਲ ਪ੍ਰੇਮ ਲੱਗਾ ਹੈ। ਉਹ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਨੇ, ਜਿਨ੍ਹਾਂ ਨੇ
ਆਪਣੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਭੁਲਾ ਦਿੱਤਾ। ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਸੀ, ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਸੀ ਕਿ ਭਾਈ ਇੱਕ ਦੇ ਚਰਨਾਂ ਨਾਲ ਜੁੜ ਕੇ ਰਹੋ। ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਂਗੋ ਕਿਆ ਦੇਹ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਇੱਕ ਪਤੀ ਪਰਮੇਸ਼ਰ ਨੂੰ ਛੱਡ ਕੇ ਅਜਿਹੀ ਹਾਲਤ ਵਿੱਚ ਜੀਵ ਇਸਤਰੀ ਦਾ ਜੇ ਲੱਖ ਕਿਸਮ ਦਾ ਹਾਰ ਸ਼ਿੰਗਾਰ ਬਣਾਇਆ ਹੋਵੇ, ਉਹ ਕਿਸੇ ਕੰਮ ਨਹੀਂ ਆਉਂਦਾ, ਭਾਵ ਵਿਅਰਥ ਹੈ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਗੁਰਬਾਣੀ ਦੇ ਇਸ ਸਿਧਾਂਤ ਅਨੁਸਾਰ ਪੁਰਖ ਇੱਕ ਪ੍ਰਭੂ ਪਤੀ ਹੀ ਹੈ, ਬਾਕੀ ਸਭ ਇਸਤਰੀਆਂ ਹਨ। ਇਸ ਲਈ ਉਸ ਪ੍ਰਭੂ ਪਤੀ ਨੂੰ ਛੱਡ ਕੇ ਜਿਹੜੀਆਂ ਜੀਵ ਇਸਤਰੀਆਂ ਹੋਰ ਦੇਵੀ ਦੇਵਤਿਆਂ ਆਦਿ ਨਾਲ ਹਿੱਤ ਲਗਾਉਂਦੀਆਂ ਹਨ, ਉਹਨਾਂ ਦੇ ਸਾਧਨਾ ਰੂਪ ਕੀਤੇ ਹੋਏ ਸਾਰੇ ਸ਼ਿੰਗਾਰ ਵਿਅਰਥ ਹਨ। ਗੁਰਬਾਣੀ ਅੰਦਰ ਇਸਤਰੀ ਨੂੰ ਸੂਹੀ ਰਾਗ ਵਿੱਚ ਕੁਚੱਜੀ, ਸੁਚੱਜੀ ਤੇ ਗੁਣਵੰਤੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਨੰਬਰਵਾਰ ਵੱਖ-ਵੱਖ ਸ਼ਬਦਾਂ ਵਿੱਚ ਕਥਨ ਕੀਤਾ ਹੈ। ਕੁਚੱਜੀ ਖੋਟੇ ਚੱਜ ਤੇ ਭੈੜੇ ਚਾਰ ਵਾਲੀ ਇਸਤਰੀ ਨੂੰ ਕਿਹਾ ਗਿਆ ਹੈ। ਐਸੇ ਭੈੜੇ ਚਾਰ ਵਾਲੀ ਇਸਤਰੀ ਜੋ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਨਾਲ ਹਿੱਤ ਲਾਉਣ ਵਾਲੀ ਹੈ, ਉਹ ਇਸਤਰੀ ਇਸ ਸੰਸਾਰ ਅੰਦਰ ਸ਼ੋਭਾ ਨਹੀਂ ਪਾਉਂਦੀ। ਪਰ ਗੁਰਬਾਣੀ ਦੇ ਸਿਧਾਂਤ ਅਨੁਸਾਰ ਇੱਕ ਵਾਹਿਗੁਰੂ ਪਤੀ ਮਨੁੱਖ ਤੇ ਇਸਤਰੀ ਸਮੁੱਚੇ ਸਾਰੇ ਹੀ ਉਸ ਅਕਾਲ ਪੁਰਖ ਦੀਆਂ ਇਸਤਰੀਆਂ ਹਨ। ਠਾਕੁਰ ਏਕ ਸਬਾਈ ਨਾਰ। ਭਗਤ ਕਬੀਰ ਜੀ ਦਾ ਵੀ ਸੁੰਦਰ ਕਥਨ ਹੈ ਕਿ ਮੇਰਾ ਇੱਕੋ ਹੀ ਹਰੀ ਪਤੀ ਹੈ, ਮੈਂ ਉਸ ਪਤੀ ਦੀ ਇਸਤਰੀ ਵਹੁਟੀ ਹਾਂ। ਹਰ ਮੇਰੋ ਪਿਰ ਹਾਂ ਹਰ ਕੀ ਬੋਹਰੀਆ। ਐਸੇ ਪ੍ਰਭੂ ਪਤੀ ਨੂੰ ਤਿਆਗ ਕੇ ਹੋਰ ਦੇਵੀ ਦੇਵਤਿਆਂ ਨਾਲ ਹਿੱਤ ਕਰਨ ਵਾਲੀ ਜੀਵ ਰੂਪ ਇਸਤਰੀ ਧਾਰਮਿਕ ਦੁਨੀਆ ਦੇ ਅੰਦਰ ਵੀ ਸ਼ੋਭਾ ਨਹੀਂ ਪਾਉਂਦੀ। ਐਸੀ ਜੀਵ ਇਸਤਰੀ ਨੂੰ ਗੁਰਦੇਵ ਨੇ ਮਨਮੁਖ, ਕੁਲੱਖਣੀ ਤੇ ਕੁਨਾਰ ਕਹਿ ਕੇ ਦੁਰਕਾਰਿਆ ਹੈ। ਮਨਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ। ਪਿਰ ਛੋਟਿਆ ਘਰ ਆਪਣਾ, ਪਰ ਪੁਰਖੈ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਵੇਂ ਕਰੂਪਕ ਸੋਹਣੀ, ਪਰ ਹਰ ਛੋਡੀ ਪਤਾਰ। ਪਰ ਵਾਹਿਗੁਰੂ ਰੂਪ ਪਤੀ ਇਸ ਦੇ ਅੰਦਰ ਵਸ ਰਿਹਾ ਹੈ। ਗੁਰਦੇਵ ਨੇ ਕਥਨ ਕੀਤਾ ਹੈ ਕਿ ਉਸ ਪ੍ਰਭੂ ਪਤੀ ਦੀ ਜੋ ਉਸ ਪ੍ਰਭੂ ਪਤੀ ਦੀ ਤੇ ਜੀਵ ਇਸਤਰੀ ਦੀ ਸੇਜਾ ਇੱਕੋ ਹੀ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਤਾ। ਪਰ ਇਹ ਜੀਵ ਇਸਤਰੀ ਗਫਲਤ ਅਤੇ ਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਨੇ, ਉਸ ਪ੍ਰਭੂ ਪਤੀ ਨੂੰ ਭੁਲਾ ਦਿੱਤਾ ਹੈ। ਪ੍ਰਭੂ ਪਤੀ ਦਾ ਸ਼ੁਭ ਗੁਣਾ ਕਰਕੇ ਹੀ ਪਾਇਆ ਜਾ ਸਕਦਾ ਹੈ। ਸਗੋਂ ਇਹ ਔਗਣਹਾਰੀ ਹੋਣ ਕਰਕੇ ਪ੍ਰਭੂ ਪਤੀ ਨੇ ਤਿਆਗ ਛੱਡੀ ਹੈ। ਮਹਿਲ ਕੁਚੱਜੀ ਮੜਵੜੀ, ਕਾਲੀ ਮਨੋਹਕ ਸ਼ੁੱਧ।
जे गुण होवन तां पिर रवै, नानक अवगुण मोंध। कुचल करूप कुनार कुलखनी, पिर का सहज न जानिया। दुहागणी क्या निशानियाँ, खसमो कुथियाँ फिरह निमानियाँ। मैले वेस तिन कामणी, दुखी रैन विहाए जियो। गुरुदेव ने इस शब्द के आरंभ ਵਿੱਚ भी ऐसी इस्त्री का ही जिक्र किया है। फिर संग मूठड़िए, खबर न पाइया जियो। भाई गुरदास जी लिखते ने, लजा कुल, भाई गुरदास साहब जी अपने कविता दे विच लिखते ने, लजा कुल अंकश अगुर जानशील ढील। कुला बधु व्रत कै पति व्रत कहावई, दुष्ट सभा संजोग अतम असाध संग। बहु विचार तार गन का बुलावई, कुला बधु सेतक सोतक बखानियत गोत्राचार। गन का सुअन पिता नाम को बतावई, दुर्मत लाग जैसे काग बन बन फिरे। गोरमत हंस एक टेक जस पावही। भाई गुरदास जी अपने 450 नंबर कवित दे विच लिखते ने, ऐसी नायिका सैकुवार पात्र ही सो पात्र भली। आस प्यासी माता पिता एक कहा देत है, ऐसी नायिका से दीनता कै दुहागण भली। पतत पावन प्रे पाए लाए लेत है, ऐसी नायिका से भलो बिरहा बेयोग सोग। लगन सगन सुधे शरदा सहेत है, ऐसी नायिका मात गर्भ ही गली भली। कपट स्नेह दुबदा जो राहु केत है। पतत पावन धन धन श्री गुरु नानक साहब जी महाराज कलयुगी जियां दे तारक, जगत गुरु श्री गुरु नानक देव जी संमत बिक्रमी 1564 सन 1507 ਨੂੰ ਢਾਕੇ ਤੋਂ ਚੱਲ ਕੇ ਅੱਗੇ ਪੰਜ ਕੋ ਪਿੰਡ ਧਨਪੁਰਾ ਜਾ ਠਹਿਰੇ ਹਨ। ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਵਿੱਚ ਜ਼ਿਕਰ ਹੈ ਕਿ ਇੱਥੇ ਬਹੁਤ ਸਾਰੀਆਂ ਜਾਦੂਗਰਨੀਆਂ ਸਨ, ਜਿਨ੍ਹਾਂ ਨੇ ਭਾਈ ਮਰਦਾਨੇ ਨੂੰ ਵੀ ਆਪਣਾ ਜਾਦੂ ਕਰਕੇ ਵਸ ਵਿੱਚ ਕਰਨ ਦਾ ਯਤਨ ਕੀਤਾ ਸੀ। ਸ਼ਾਇਦ ਇਹਨਾਂ ਦਾ ਮਿਸਮਰਿਜ਼ਮ ਸਾਧਿਆ ਹੋਇਆ ਸੀ, ਜਿਸ ਨਾਲ ਬਾਹਰੋਂ ਆਏ ਬੰਦੇ ਨੂੰ ਆਪਣੇ ਵੱਸ ਵਿੱਚ ਕਰ ਲੈਂਦੀਆਂ ਸਨ। ਆਚਰਣਹੀਨ ਅਤੇ ਇਖਲਾਕ ਤੋਂ ਗਿਰੀਆਂ ਹੋਣ ਕਰਕੇ ਗੁਰਦੇਵ ਨੇ ਇਹਨਾਂ ਨੂੰ ਮਤਵਾਲੀਆਂ, ਕੁਚਾਲੀਆਂ, ਨਿਲੱਜਾਂ ਅਤੇ ਭੈੜੇ ਜੀਵਨ ਵਾਲੀਆਂ ਕਹਿ ਕੇ ਧਰਕਾਰਦਿਆਂ ਹੋਇਆਂ ਇਸ ਸ਼ਬਦ ਰਾਹੀਂ ਉਹਨਾਂ ਨੂੰ ਉਤਾਰਿਆ ਸੀ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ ਸੁਧਾਂ ਕਾਲੀਆਂ, बाहर चिटवियाँ। रीसा करें तिनाड़ियाँ, जो सेवें दर खड़ियाँ। नाल खसमै रतियाँ, माणे सुख रलियाँ। होंदे ताण दे ताणियाँ, रहन मानणियाँ। नानक जन्म सकार था, जे तिन कै संग मिला। ये शब्द सुन के ਇਹਨਾਂ ਜਾਦੂਗਰਨੀਆਂ ਦੀ ਮੁਖੀ ਨੂਰ ਸ਼ਾਹ ਨੇ ਸਾਰੀਆਂ ਜਾਦੂਗਰਨੀਆਂ ਸਮੇਤ ਗੁਰਦੇਵ ਦੇ ਚਰਨ ਆ ਪਕੜੇ ਅਤੇ ਬਾਰ-ਬਾਰ ਬੇਨਤੀਆਂ ਕਰਕੇ ਨੂਰ ਸ਼ਾਹ ਮਾਫੀਆਂ ਮੰਗਣ ਲੱਗੀ ਤਾਂ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਪਤੀ ਵਰਤਾ ਔਰਤ ਲਈ ਇਹ ਚੰਗਾ ਨਹੀਂ ਹੈ ਕਿ ਪਿਰ ਛੋਡਿਆ ਘਰ ਆਪਣਾ, पर पुरखै नाल प्यार। ऐसी ਵਿਭਚਾਰਨ ਔਰਤ ਨੂੰ ਨਾ ਇਸ ਲੋਕ ਵਿੱਚ ਸਤਿਕਾਰ ਅਤੇ ਨਾ ਹੀ ਪਰਲੋਕ ਵਿੱਚ ਟੋਈ ਮਿਲਦੀ ਹੈ।
ਇਸ ਲਈ हे ਨੂਰ ਸ਼ਾਹ, ਤੁਸੀਂ ਇੱਥੇ ਵੀ ਆਪਣੇ ਪਤੀ ਦੀ ਸੇਵਾ ਸੰਭਾਲ ਦੀ ਸਾਰ ਨਹੀਂ ਪਾਈ ਅਤੇ ਵਾਹਿਗੁਰੂ ਰੂਪ ਪਤੀ ਦੀ ਵੀ ਪ੍ਰਾਪਤੀ ਦੀ ਤੁਸੀਂ ਖਬਰ ਨਹੀਂ ਪਾਈ। ਹਜ਼ੂਰ ਨੇ ਇਸ ਸ਼ਬਦ ਰਾਹੀਂ ਵੀ ਸੁਮੱਤ ਦੀ ਬਖਸ਼ਿਸ਼ ਕੀਤੀ। ਸੁਣ ਮੁੰਦੇ ਹਰ ਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਜਾਣ ਕੈ ਤਾਂ ਕੀਚੈ ਵਾਪਾਰ। ਜਗਤ ਗੁਰੂ ਗੁਰਦੇਵ ਦੇ ਉਪਦੇਸ਼ ਨੂੰ ਨੂਰ ਸ਼ਾਹ ਦਾ ਜੀਵਨ ਹੀ ਬਦਲ ਦਿੱਤਾ। ਹੱਥ ਜੋੜ ਬੇਨਤੀ ਕੀਤੀ ਕਿ ਸਾਨੂੰ ਕੋਈ ਆਪਣੀ ਨਿਸ਼ਾਨੀ ਦਰਸ਼ਨਾਂ ਵਾਸਤੇ ਬਖਸ਼ਿਸ਼ ਕਰੋ। ਹਜ਼ੂਰ ਦੇ ਹਸਤ ਕਮਲਾਂ ਵਿੱਚ ਉਸ ਸਮੇਂ ਵਰਸ਼ਾ ਸੀ, ਉਹ ਵਰਸ਼ਾ ਹੀ ਗੁਰਦੇਵ ਨੇ ਉਹਨਾਂ ਨੂੰ ਦੇ ਦਿੱਤਾ। ਹੁਣ ਤੱਕ ਉਹ ਵਰਸ਼ਾ ਉੱਥੇ ਮੌਜੂਦ ਹੈ। ਉਸ ਅਸਥਾਨ ਦਾ ਨਾਮ ਹੀ ਵਰਸ਼ਾ ਸਾਹਿਬ ਹੈ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ। ਸੰਸਾਰਕ ਜੀਆਂ ਦੇ ਪ੍ਰੇਮ ਸਭ ਝੂਠੇ ਹਨ। ਜਿਸ ਦਿਨ ਇਹ ਦੇਹ ਨਾਸ਼ ਹੋਏਗੀ, ਭਾਵ ਇਸ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣਗੇ, ਉਸ ਵੇਲੇ ਆਪਣੇ ਘਰ ਦੇ ਹੀ ਇਸ ਦੇਹੀ ਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਪੈਣਗੇ। ਉਹ ਵੀ ਇਹਦੇ ਨਾਲੋਂ ਆਪਣਾ ਸੰਬੰਧ ਤੋੜ ਲੈਣਗੇ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਉਂਦਿਆਂ ਹੋਇਆਂ ਬਚਨ ਕੀਤੇ ਹਨ। ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਇਸ ਦੀ ਰੂਹ ਨੂੰ ਧਰਮਰਾਜ ਦੇ ਦੂਤ ਫੜ ਕੇ ਲੈ ਚੱਲਣਗੇ ਅਤੇ ਉਹ ਕਿਸੇ ਸਨੇਹੀ ਸੰਬੰਧੀ ਨੂੰ ਭੇਤ ਨਹੀਂ ਦੇਣਗੇ ਕਿ ਇਸ ਨੂੰ ਕਿਉਂ ਤੇ ਕਿੱਥੇ ਲੈ ਕੇ ਚੱਲੇ ਹਾਂ। ਜਾਂ ਜਮ ਪਕੜ ਚਲਾਇਆ, ਵਣਜਾਰਿਆ ਮਿੱਤਰਾ। ਕਿਸੈ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੈ ਨਾ ਮਿਲਿਓ। ਜਾਂ ਜਮ ਪਕੜ ਚਲਾਇਆ, ਛੱਡ ਖੜੋਤੇ ਖਿਨੈ ਮਾਹੇ। ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਸੰਬੰਧੀਆਂ ਅਤੇ ਮਿੱਤਰਾਂ ਨਾਲ ਇਸ ਜੀਵ ਦਾ ਪਿਆਰ ਲੱਗਾ ਹੋਇਆ ਸੀ, ਉਹ ਸਾਰੇ ਉਸੇ ਛਿਨ ਵਿੱਚ ਛੱਡ ਖਲੋਂਦੇ ਹਨ। ਜਿਸ ਸਮੇਂ ਪਕੜ ਚਲਾਇਣ ਦੂਤ ਜਮ, ਉਸ ਸਮੇਂ ਕਿਸੇ ਸੰਬੰਧੀ ਦੀ ਜਮਦੂਤਾਂ ਅੱਗੇ ਪੇਸ਼ ਨਹੀਂ ਜਾਂਦੀ। ਇਸ ਲਈ ਇਹਨਾਂ ਸੰਬੰਧੀਆਂ ਦੀ ਪ੍ਰੀਤੀ ਝੂਠੀ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ, ਰਹਾਉ ਮੇਰੋ ਮੇਰੋ ਸਭੈ ਕਹਿਤ ਹੈ। ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ। ਹੱਥ ਮਰੋੜੈ ਤਨ ਕੰਪੇ, ਛਿਆਹੁ ਹੋਆ ਸੇਤ। ਮਰਨ ਵੇਲੇ ਮਨੁੱਖ ਜਮਦੂਤਾਂ ਨੂੰ ਵੇਖ ਕੇ ਡਰਦਾ, ਹੱਥ ਮਰੋੜਦਾ ਹੈ, ਤਨ ਕੰਬਦਾ ਹੈ ਤੇ ਰੰਗ ਜੋ ਕਾਲਾ ਪੈ ਰਿਹਾ ਸੀ, ਮਾਰੇ ਡਰਦੇ ਕਾਲੇ ਤੋਂ ਚਿੱਟਾ ਹੋਣ ਲੱਗ ਜਾਂਦਾ ਹੈ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਸਰੀਰ ਰੂਪੀ ਧਰਤੀ ਕਰਮਾਂ ਦਾ ਖੇਤ ਹੈ। ਜਿਹੋ ਜਿਹਾ ਕੋਈ ਕਰਮ ਕਰਨ ਰੂਪ ਬੀਜ ਬੀਜਦਾ ਹੈ, ਅੰਤ ਨੂੰ ਉਹ ਕੁਝ ਹੀ ਉਹ ਵੱਢਦਾ ਹੈ, ਭਾਵ ਉਸ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ। ਦੱਦੈ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ।
नानक प्रभ शरणागति चरण बोहित प्रभ देत। नानक गुरु जी फरमाਉਂਦੇ ਹਨ ਕਿ ਜਿਹੜੇ ਜੀਵ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਜੀ ਆਪਣੇ ਚਰਨਾਂ ਰੂਪੀ ਜਹਾਜ਼ 'ਤੇ ਚੜ੍ਹਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। से पादोए नरक न पाईए गुर रखण वाला हेत। जिन्हां दा प्यारा गुरु रखिया करने वाला है ਉਹ ਮਨੁੱਖ ਨਰਕਾਂ ਵਿੱਚ ਨਹੀਂ ਪਾਏ ਜਾਂਦੇ। ਇਹ ਭਾਦੋਂ ਦੇ ਮਹੀਨੇ ਅੰਦਰ ਗੁਰੂ ਦਾ ਉਪਦੇਸ਼ ਹੈ। ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਏ। गुर का शब्द रखवारे चौकी चौगिरद हमारे। राम नाम मन लागा जमल जाए कर भागा। जिन्हां दी सतगुरु सच्चे पातशाह जी रखिया करन वाले होण उन्हां दे लागे जाते ने अंग संग हो के उन्हां दी सहायता करते ने। ऐसे पावन उपदेश सतगुरु जी ने ਅੰਮ੍ਰਿਤ ਬਾਣੀ ਦੁਆਰਾ ਬਖਸ਼ਿਸ਼ ਕੀਤੇ ਹਨ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।